फंक्शन हुंदा की है साडे कोल पहला असीं फंक्शन की डेफिनेशन करांगे। तो फंक्शन तो जिहड़ा है ना हाँ जी ये f from a set A to set B is called a function from A to B if it associates each point of A, each point of A to a unique point of B. Is called a function from A to B. Associates की मतलब है ਇਹਦਾ ਜੇ ਕਹਿੰਦਾ ਇੱਕ ਸੈੱਟ A ਹੈ ਸਾਡੇ ਕੋਲ ਇੱਕ ਸੈੱਟ B ਹੈ ਸਾਡੇ ਕੋਲ A ਦਾ ਹਰ ਇੱਕ ਐਲੀਮੈਂਟ ਸਾਡਾ ਕੋਈ ਇੱਕ F ਇੱਕ ਇਸ ਤਰ੍ਹਾਂ ਦਾ ਕੰਮ ਕਰਦਾ ਹੋਵੇ ਜਿਹੜਾ A ਦੇ ਐਲੀਮੈਂਟਸ ਨੂੰ B ਦੇ ਐਲੀਮੈਂਟਸ ਨਾਲ ਐਸੋਸੀਏਟ ਕਰੇ ਔਰ ਇਸ ਤਰ੍ਹਾਂ ਐਸੋਸੀਏਟ ਕਰੇ ਕਿ ਹਰ ਇੱਕ ਦੀ A ਦੇ ਹਰ ਇੱਕ ਪੁਆਇੰਟ ਦਾ ਸਾਡੇ ਕੋਲ ਕੀ ਹੋਵੇ यूनिक एसोसिएट हो बी एक पॉइंट मैं एक एग्जांपल बिल्कुल सिंपल सी मान लो साडा आ हैगा सेट ए इज 1 2 3 आ तीन एलिमेंट्स है बी साडा सेट हैगा सपोज इज ए बी सी डी आ एलिमेंट्स है एफ की करदा है ए दे एलिमेंट्स ਨੂੰ बी ਦੇ एलिमेंट्स ਦੇ ਨਾਲ ਐਸੋਸੀਏਟ ਕਰਦਾ ਹੈ ਕਿਵੇਂ ਐਸੋਸੀਏਟ ਕਰਦਾ ਹੈ 1 ਨੂੰ ਐਸੋਸੀਏਟ ਕਰਦਾ ਹੈ C ਨਾਲ मतलब F1 की वैल्यू C है C में इस तरह भी कहते हैं F2 ਨੂੰ ਐਸੋਸੀਏਟ ਕਰਦਾ A ਨਾਲ मतलब F2 ਦੀ ਵੈल्यू A ਹੈ F3 ਨੂੰ ਐਸੋਸੀਏਟ ਕਰਦਾ C ਨਾਲ मतलब F3 ਦੀ ਵੈल्यू C ਹੈ ਤਾਂ ਇਹਨੇ ਕੀ ਕੀਤਾ ਹੁਣ ਦੇਖੋ F ਨੇ ਇੱਕ ਤਾਂ A ਦਾ ਕੋਈ ਐਲੀਮੈਂਟ ਖਾਲੀ ਤਾਂ ਨਹੀਂ ਰਿਹਾ ਈਚ ਐਲੀਮੈਂਟ ਆਫ A ਨੂੰ B ਦੇ ਇੱਕ ਐਲੀਮੈਂਟ ਨਾਲ ਐਸੋਸੀਏਟ ਕੀਤਾ 1 ਨੂੰ C ਨਾਲ 2 ਨੂੰ A ਨਾਲ 3 ਨੂੰ C ਨਾਲ 1 ਨੂੰ ਇੱਕ ਨਾਲ ਹੀ ਕੀਤਾ ਕਿ ਇੱਕ ਤੋਂ ਜ਼ਿਆਦਾ ਨਾਲ 1 ਨੂੰ C ਨਾਲ ਹੀ ਕੀਤਾ ਹੋਰ ਤਾਂ ਕਿਸੇ ਨਾਲ ਨਹੀਂ ਐਸੋਸੀਏਟ ਕੀਤਾ हाँ जी ਐਸੋਸੀਏਟ ਵੀ ਕਹਿ ਦਿੰਦੇ ਆ ਰਿਲੇਟ ਵੀ ਕਹਿ ਦਿੰਦੇ ਆ ਮੈਪ ਵੀ ਕਹਿ ਦਿੰਦੇ ਆ 1 ਨੂੰ C ਤੇ ਮੈਪ ਕਰਤਾ 2 ਨੂੰ A ਤੇ ਮੈਪ ਕਰਤਾ 3 ਨੂੰ C ਤੇ ਮੈਪ ਕਰਤਾ ਤਾਂ ਇੱਕ ਪੁਆਇੰਟ ਨੂੰ ਇੱਕ ਤੋਂ ਜ਼ਿਆਦਾ ਤੇ ਤਾਂ ਨਹੀਂ ਮੈਪ ਕੀਤਾ ਇਹਨੇ ਇੱਕ ਨੂੰ ਇੱਕ ਤੇ ਮੈਪ ਕੀਤਾ ਨਾ हाँ जी ਇੱਕ ਨੂੰ ਇੱਕ ਤੋਂ ਜ਼ਿਆਦਾ ਤੇ ਮੈਪ ਕਰਦਾ ਹੋਵੇ ਫਿਰ ਇਹ ਫੰਕਸ਼ਨ ਨਹੀਂ ਹੁੰਦਾ ठीक है ਹੁਣ ਇਹਦੀ ਸਾਨੂੰ ਇੱਕ ਤਾਂ ਦੋ ਗੱਲਾਂ ਡਿਮਾਂਡ ਕੀਤੀਆਂ ਇੱਕ ਤਾਂ A ਦਾ ਹਰ ਇੱਕ ਐਲੀਮੈਂਟ ਨੂੰ ਐਸੋਸੀਏਟ ਕਰੇ ਉਹ B ਦੇ ਐਲੀਮੈਂਟ ਨਾਲ ਔਰ B ਦੇ ਇੱਕ ਐਲੀਮੈਂਟ ਨਾਲ ਕਰੇ A ਦੇ ਇੱਕ ਐਲੀਮੈਂਟ ਨਾਲ ਫੋਰ ਐਗਜ਼ਾਮਪਲ ਦਿੰਦਾ ਮੈਂ ਆਹ ਸਾਡਾ ਸੈਟ A ਹੈ ਸੋ ਦਿਸ ਇਜ਼ ਅ ਫੰਕਸ਼ਨ F ਇੱਕ ਰਿਲੇਸ਼ਨ ਹੈ ਰਿਲੇਸ਼ਨ ਨਾਲ ਰਿਲੇਟ ਕਰਦਾ ਐਲੀਮੈਂਟਸ ਨੂੰ A ਦੇ ਐਲੀਮੈਂਟਸ ਨੂੰ B ਦੇ ਐਲੀਮੈਂਟਸ ਨਾਲ ਰਿਲੇਟ ਕਰਦਾ ਤੇ ਆ B ਸੈਟ ਸਪੋਜ਼ ਹੈ हाँ जी ਇਹ ਅਸੀਂ ਲੈਂਦੇ X Y Z T ਇੱਥੇ ਲੈ ਲਏ ਸਾਡੇ ਕੋਲ A B C ਜੇ ਹੁਣ ਤੁਹਾਡੇ ਕੋਲੇ ਜਿਹੜਾ G ਸਾਡੇ ਕੋਲ ਕੋਈ ਰਿਲੇਸ਼ਨ ਹੈ ਜਿਹੜਾ A ਦੇ ਐਲੀਮੈਂਟਸ ਨੂੰ B ਦੇ ਐਲੀਮੈਂਟਸ ਨਾਲ ਰਿਲੇਟ ਕਰਦਾ ਹੈ ਇਹ ਕੀ ਕਰਦਾ ਹੈ X ਨੂੰ B ਤੇ ਰਿਲੇਟ ਕਰ ਦਿੰਦਾ Y ਨੂੰ B ਤੇ ਰਿਲੇਟ ਕਰ ਦਿੰਦਾ Z ਨੂੰ C ਤੇ ਰਿਲੇਟ ਆਹ ਰਿਲੇਸ਼ਨ ਹੈ ਤਾਂ ਹੁਣ ਦੇਖੋ ਵੀ ਕੀ ਇਹ ਰਿਲੇਸ਼ਨ ਫੰਕਸ਼ਨ ਹੈ ਨਾ this is not a function मैं ਦੱਸਦਾ ਤੁਹਾਨੂੰ ਇਹ ਫੰਕਸ਼ਨ ਨਹੀਂ ਹੈਗਾ but can you tell me why क्यों नहीं हैगा है कितने प्रॉब्लम है देखो क्योंकि सर ये जो पूरे एलिमेंट नहीं हो रहे ਕਿਉਂਕਿ ਇਹਦੇ ਚ G ਜਿਹੜਾ ਹੈਗਾ T ਨੂੰ ਇਧਰ A ਦੇ ਸੈਟ ਐਲੀਮੈਂਟ ਨੂੰ ਕਿਸੇ ਨਾਲ ਨਹੀਂ ਰਿਲੇਟ ਕਰ ਰਿਹਾ हाँ जी ਨਾ ਇਹ A ਨਾਲ ਰਿਲੇਟ ਕਰ ਰਿਹਾ ਨਾ B ਨਾਲ ਕਰ ਰਿਹਾ ਨਾ C ਨਾਲ ਕਰ ਰਿਹਾ A ਦਾ ਇੱਕ ਐਲੀਮੈਂਟ ਛੱਡਤਾ ਇਹਨੇ
ਸਾਡੇ ਕੋਲ ਡਿਮਾਂਡ ਕੀ ਹੈ, ਈਚ ਐਲੀਮੈਂਟ ਆਫ A ਜਾਂ ਈਚ ਪੁਆਇੰਟ ਆਫ A ਨੂੰ B ਦੇ ਯੂਨੀਕ ਐਲੀਮੈਂਟ ਨਾਲ ਮੈਪ ਕਰ। ਇਸ ਕਰਕੇ not a function because GT is not defined। ਸਾਨੂੰ ਦੱਸਿਆ ਹੀ ਨਹੀਂ GT ਦੀ ਵੈਲਿਊ ਕਿੰਨੀ ਹੈ, ਇਸ ਕਰਕੇ ਫੰਕਸ਼ਨ ਨਹੀਂ ਹੈ। ਫੋਰ ਐਗਜ਼ਾਮਪਲ ਲਵਾਂਗੇ ਅਸੀਂ B, ਠੀਕ ਹੈ। ਮੰਨ ਲਓ ਸਾਡੇ ਕੋਲ ਹੈਗਾ ਹੈ h x y z t ਆਈ ਵੈਲਿਊਸ ਅਤੇ a b c d ਵੈਲਿਊਸ ਇਹਦੇ ਵਿੱਚ। ਆ ਸਾਡਾ h ਫੰਕਸ਼ਨ ਹੈ, ਨਾਂ ਰੱਖਿਆ ਸੀ h ਰਿਲੇਸ਼ਨ ਹੈ ਸਾਡੀ। ਇਹ ਰਿਲੇਟ ਕਿਵੇਂ ਕਰਦਾ ਹੈ, x ਨੂੰ a ਨਾਲ ਵੀ ਰਿਲੇਟ ਕਰਤਾ, x ਨੂੰ c ਨਾਲ ਵੀ ਰਿਲੇਟ ਕਰਤਾ, y ਨੂੰ b ਨਾਲ ਕਰਤਾ, z ਨੂੰ c ਨਾਲ ਕਰਤਾ, t ਨੂੰ d ਨਾਲ ਰਿਲੇਟ। ਹੁਣ ਦੇਖੋ ਇਹ not a function ਹੈ ਕਿਉਂਕਿ ਸਰ ਉਹ x ਦੋ ਕੰਪੋਨੈਂਟ ਨੂੰ ਜੁੜਿਆ ਹੈ। ਹਾਂ ਵੈਰੀ ਗੁੱਡ, ਯੂ ਗੋਟ ਇਟ। ਕਿਉਂਕਿ x a ਤੇ c ਦੋ ਨਾਲ ਰਿਲੇਟਡ ਹੈ। ਇਹਨੇ ਪਹਿਲੀ ਵੀ ਕਰਤੀ ਕਿ a ਦੇ ਈਚ ਐਲੀਮੈਂਟ ਨੂੰ ਰਿਲੇਟ ਕਰਤਾ b ਦੇ ਐਲੀਮੈਂਟ, ਪਰ ਨਾਲ ਕੰਡੀਸ਼ਨ ਇਹ ਯੂਨੀਕ ਪੁਆਇੰਟ ਆਫ B ਨਾਲ ਐਸੋਸੀਏਟ ਕਰਨਾ ਹੈ। ਪਰ ਇਹਦੇ ਚ ਕੀ ਹੋਇਆ, यूनिक नहीं है, एक्स ए नाल भी एसोसिएट हो गया, एक्स सी नाल भी एसोसिएट हो गया। सो इस करके साडे को एक्स इज एसोसिएटेड टू ए एंड सी, दैट्स व्हाई इट्स नॉट अ फंक्शन। क्लियर? सो लगदा गल क्लियर होगी की डिमांड करदा है। एक तो ए दा हर एक एलिमेंट रिलेट होवे बी दे किसी ना किसी एलिमेंट नाल, ते दूसरा यूनिक एलिमेंट रिलेट हो। एक तो एक एलिमेंट दो ना रिलेट ना हो। जिस तरह ਅਸੀਂ ਮੰਨ ਲਓ ਇੱਥੋਂ ਇੱਕ ਤੀਰ ਛੱਡਦੇ ਹਾਂ, ਸਪੋਜ਼ ਇੱਥੋਂ ਤੀਰ ਛੱਡਦੇ ਹਾਂ ਤਾਂ ਇੱਧਰ ਜਾ ਕੇ ਟਾਰਗੇਟ ਦੇ ਕਿਸੇ ਇੱਕ ਪੁਆਇੰਟ ਤੇ ਜਾ ਕੇ ਸਟ੍ਰਾਈਕ ਕਰੂਗਾ ਨਾ, ਐ ਤਾਂ ਦੋ ਤੇ ਟਾਰਗੇਟ ਤੇ ਸਟ੍ਰਾਈਕ ਕਰ ਦੂਗਾ। ਸੋ ਜੇ ਦੋ ਤੇ ਸਟ੍ਰਾਈਕ ਕਰਦਾ ਤਾਂ ਉਹ ਸਾਡਾ ਫੰਕਸ਼ਨ ਨਹੀਂ ਹੈਗਾ, ਹੋ ਹੀ ਨਹੀਂ ਸਕਦਾ ਦੋ ਤੇ ਸਟ੍ਰਾਈਕ। ਇਸ ਕਰਕੇ ਇਹ ਤੁਹਾਡਾ फंक्शन नहीं है। जेकर गल क्लियर होगी, ਇਹਨੂੰ ਅਸੀਂ ਜਿਹੜਾ A ਸੈੱਟ ਹੁੰਦਾ ਇਹਨੂੰ ਅਸੀਂ ਕਹਿ ਦਿੰਦੇ ਹਾਂ ਡੋਮੇਨ। ਇਹਨੂੰ ਕੀ ਕਹਿੰਦੇ ਡੋਮੇਨ। ਜਿਹੜਾ ਆ B ਸੈੱਟ ਹੁੰਦਾ ਇਹਨੂੰ ਅਸੀਂ ਕਹਿੰਦੇ ਕੋਡੋਮੇਨ। ਕਿਹੜਾ ਡੋਮੇਨ ਇੱਕ ਹੁੰਦਾ ਕੋਡੋਮੇਨ। सिर्फ ਅਸੀਂ ਡੈਫੀਨੇਸ਼ਨ ਤੋਂ ਵਨ ਫੰਕਸ਼ਨ ਦੀ ਉਹ ਮੈਂ ਲੈਣ ਲੱਗਿਆ ਤੁਹਾਡੇ ਕੋਲ ਵਨ ਔਨ ਟੂ ਫੰਕਸ਼ਨ। ਵਨ ਫੰਕਸ਼ਨ ਕਿਹੜਾ ਹੁੰਦਾ ਸਾਡਾ, ਵਨ ਫੰਕਸ਼ਨ ਹੁੰਦਾ ਵਨ ਫੰਕਸ਼ਨ। ਉਹ ਹੁੰਦਾ f from A to B is said to be STB ਦਾ ਮਤਲਬ said to be 1 if different elements ਜੇ x1 x2 ਦੋ different element ਹੋਣ A ਦੇ, ਇਹਨਾਂ ਦੇ images ਵੀ different ਹੋਣ। if x1 not equal to x2 implies fx1 is not equal to fx2। f ਕੀ ਕਰਦਾ ਹੋ, different elements ਨੂੰ डिफरेंट पॉइंट्स पे ले जाए तो मैप करे तो ਉਹਨੂੰ ਅਸੀਂ ਕਹਿੰਦੇ ਵਨ ਫੰਕਸ਼ਨ। कि दो डिफरेंट पॉइंट्स का सेम इमेज नहीं होना चाहिए। ठीक है, ਇਹਨੂੰ ਇਮੇਜ ਵੀ ਕਹਿੰਦੇ ਨੇ। ਦਿਸ ਇਜ਼ ਇਮੇਜ ਆਫ x1, ਦਿਸ ਇਜ਼ ਇਮੇਜ ਆਫ x2। ਹਾਂਜੀ ਪੁਆਇੰਟ ਜੇ ਡਿਫਰੈਂਟ ਹੈ, ਜਿਵੇਂ ਹੁਣ ਇਹਦੇ ਵਿੱਚ ਸੀਗਾ ਇਹ ਚ, ਹਾਲਾਂਕਿ ਫੰਕਸ਼ਨ ਸੀਗਾ ਸਾਡਾ 1 ਤੇ 3 ਦਾ ਸੇਮ ਇਮੇਜ ਨਹੀਂ ਸੀਗਾ। 1 ਤੇ 3 ਦੋ ਡਿਫਰੈਂਟ ਪੁਆਇੰਟ ਸੀ, ਬਟ ਇਹਨਾਂ ਦਾ ਇਮੇਜ ਸੀ, ਹੈ ਨਾ। ਹਾਂਜੀ 1 ਦਾ ਇਮੇਜ ਵੀ ਸੀ ਹੈ, 3 ਦਾ ਇਮੇਜ ਵੀ ਸੀ ਹੈ। ਇਸ ਕਰਕੇ ਇਹ ਦੋ ਡਿਫਰੈਂਟ ਪੁਆਇੰਟ ਦਾ ਸੇਮ ਇਮੇਜ ਹੋਣ ਕਰਕੇ ਇਹ ਫੰਕਸ਼ਨ 1 ਨਹੀਂ ਹੈਗਾ। ਹਾਂਜੀ ਤਾਂ ਇਹਦੀ ਇੱਕ ਹੋਰ ਡੈਫੀਨੇਸ਼ਨ ਵੀ ਅਸੀਂ ਲੈ ਲੈਂਦੇ, ਇੱਕ ਤਾਂ ਲੈ ਲੈਂਦੇ
ਜਾਂ ਅਸੀਂ ਕਹਿੰਦੇ ਨੇ ਇਹ ਔਰ if fx1 is equal to fx2 ਜੇ ਦੋ ਪੁਆਇੰਟਸ ਦਾ ਇਮੇਜ ਸੇਮ ਹੈ x1 ਤੇ x2 ਦਾ x1 ਦਾ ਇਮੇਜ ਅੰਡਰ ਹੈ x2 ਦਾ ਇਮੇਜ ਅੰਡਰ ਹੈ ਸੇਮ ਹੈ then x1 is equal to x2 ਤਾਂ ਐਲੀਮੈਂਟਸ ਵੀ ਸੇਮ ਆ ਜਾਣ ਸਾਡੇ ਕੋਲ ਵੀ ਜਿਹਦਾ ਵੀ ਇਮੇਜ ਸੇਮ ਹੈ ਤਾਂ ਫਿਰ ਉਹ ਐਲੀਮੈਂਟਸ ਵੀ ਸੇਮ ਹੋਣਗੇ ਤਾਂ ਇਹ ਐਕਚੁਅਲੀ ਇਸੇ ਗੱਲ ਨੂੰ ਹੀ ਦੁਆਰਾ ਤੋਂ ਅਸੀਂ ਡਿਫਰੈਂਟ ਵੇ ਨਾਲ ਕਿਹਾ ਗੱਲ ਉਹੀ ਹੈ ਸੇਮ ਹੀ ਹੈ ਇੱਥੇ ਅਸੀਂ ਕਿਹਾ ਦੋ ਡਿਫਰੈਂਟ ਐਲੀਮੈਂਟਸ ਹੈ ਤਾਂ ਇਮੇजेस ਡਿਫਰੈਂਟ ਹੋਣੇ ਚਾਹੀਦੇ ਫਿਰ ਅਸੀਂ ਕਿਹਾ ਵੀ ਜੇ ਇਮੇजेस ਡਿਫਰੈਂਟ ਸੇਮ ਹੈ ਤਾਂ ਐਲੀਮੈਂਟਸ ਵੀ ਸੇਮ ਹੋਣਗੇ ਕਿਉਂਕਿ ਜੇ ਐਲੀਮੈਂਟਸ ਡਿਫਰੈਂਟ ਹੋ ਗਏ x1 not equal to x2 ਹੋ ਗਿਆ ਤਾਂ ਫਿਰ ਤਾਂ ਕੀ ਹੋ ਗਿਆ x1 x2 ਇਕੁਅਲ ਹੈ ਨਹੀਂ ਪਰ ਇਹਨਾਂ ਦੇ ਇਮੇजेस ਇਕੁਅਲ ਹੈ ਕਿ ਤਾਂ ਫੰਕਸ਼ਨ ਬਣ ਨਹੀਂ ਹੋਇਆ ਮੰਨ ਸਾਨੂੰ ਕੀ ਚਾਹੀਦਾ डिफरेंट एलिमेंट्स है तो इमेजेस भी डिफरेंट चाहिए सी जे इमेजेस सेम है एलिमेंट्स डिफरेंट आ गए तो फिर 1 1 नहीं होया ना तो 1 1 वास्ते हमें चाहिए जे दो एलिमेंट्स का इमेज सेम है तो उन्होंने इमेज वैल्यू पॉइंट्स भी सेम होना चाहिए तो यह भी 1 1 की डेफिनेशन फिर साडे कोल ना एक ऑन टू फंक्शन की डेफिनेशन तो हम ए च 1 1 केड़ा हैगा जे ਆਪਾਂ ਦੇਖਿਆ ਜਾਵੇ ਆ ਤਾਂ ਦੋਨੋਂ ਫੰਕਸ਼ਨ ਹੀ ਨਹੀਂ ਸੀਗੇ मैं एक वन वन दी एग्जांपल दे दूंगा ना ਅਸੀਂ ਕੋਈ एग्जांपल क्रिएट करते सपोज ਤੁਹਾਡੇ ਜਿਵੇਂ ਸਕੂਲ ਚ ਹੈ एग्जांपल ਅਸੀਂ in your school ਤੁਹਾਡੇ ਕੋਲ A is a set of roll numbers of +2 section A non-medical students ठीक है इधर रोल नंबर बी ਅਸੀਂ ਸੈੱਟ ਲੈ ਲਈਏ स्टूडेंट्स ਦਾ ਸੈੱਟ ਜਾਂ ਉਲਟਾ ਕਰਤਾ ਮੈਂ ਇਹ ਕਹਿੰਦਾ ਮੈਂ ਇਹਨੂੰ A ਨੂੰ A ਨਹੀਂ ਮੈਂ ਇਹਨੂੰ ਕਹਿੰਦਾ B ਇਹਨੂੰ ਲੈ ਲੈਣਾ B ਇਹਨੂੰ ਲੈ ਲੈਣਾ A ਇਹ B ਹੈ ਸੈੱਟ ਆਫ ਰੋਲ ਨੰਬਰ ਦਾ A ਹੈਗਾ ਸੈੱਟ ਆਫ स्टूडेंट्स of +2 section A non-medical students of केड़ा स्कूल है तेरा Renaissance R-A double N R-E N-A-I-S-S-A-N N-A-I-S-S A-N-C-E A-N-C ਤੁਹਾਡੇ ਸਕੂਲ ਦੇ ਜਿਹੜੇ +2 ਕਲਾਸ ਹੈ ਉਹਦਾ ਸੈਕਸ਼ਨ A ਨਾਨ ਮੈਡੀਕਲ ਦਾ ਜਿਹੜਾ ਹੈ ਉਹਦੇ ਸਟੂਡੈਂਟਸ ਦਾ ਸੈੱਟ ਹੈਗਾ A ਤੇ ਜਿਹੜੇ ਉਹਦੇ ਰੋਲ ਨੰਬਰਸ ਨੇ ਉਹ ਸੈੱਟ ਹੈਗਾ B ਠੀਕ ਹੈ ਤਾਂ ਅਸੀਂ ਇੱਕ ਫੰਕਸ਼ਨ ਲੈਣੇ ਆ ਜਾਂ ਇੱਕ ਰਿਲੇਸ਼ਨ ਲੈਣੇ ਆ A to B ਇਹਦੇ ਵਿੱਚ ਕੀ ਨੇ ਸਾਰੇ ਸਟੂਡੈਂਟਸ ਹੈ ਨਾ स्टूडेंट A स्टूडेंट B C D S सारे डिफरेंट स्टूडेंट्स ਸਾਡੇ ਕੋਲ L M N स्टूडेंट्स है इधर रोल नंबर्स ने 1 2 3 4 S तो देखो स्टूडेंट A ਦਾ ਇੱਕੋ ਹੀ ਰੋਲ ਨੰਬਰ ਹੈ ਨਾ ਕੋਈ ਨਾ ਕੋਈ ਸਪੋਜ਼ ਇਹਦਾ ਰੋਲ ਨੰਬਰ ਹੈ ਇਹਦੇ ਦੋ ਰੋਲ ਨੰਬਰ ਤਾਂ ਨਹੀਂ ਹੋ ਸਕਦੇ A ਦੇ ਨਹੀਂ ਸੋ ਅਸੀਂ ਕੀ ਕੀਤਾ ਐਪ ਨੇ ਕੀ ਕੀਤਾ ਹਰ ਇੱਕ ਸਟੂਡੈਂਟ ਨੂੰ ਉਹਦੇ ਰੋਲ ਨੰਬਰ ਨਾਲ ਮੈਚ ਕਰਤਾ B ਦਾ ਰੋਲ ਨੰਬਰ ਮੰਨ ਲਓ 1 ਹੈ C ਦਾ ਰੋਲ ਨੰਬਰ 4 ਹੈ D ਦਾ ਰੋਲ ਨੰਬਰ 5 ਹੈ N ਦਾ ਨੰਬਰ 3 ਹੈ ਇਸ ਤਰ੍ਹਾਂ ਸਾਡੇ ਕੋਲੇ ਸਾਰੇ ਤਾਂ ਹੁਣ ਇਸ ਦੇ ਵਿੱਚ ਕੀ ਹੋ ਰਿਹਾ ਐਵਰੀ ਸਟੂਡੈਂਟ ਹੈਜ਼ ਅ ਯੂਨੀਕ ਇਮੇਜ ਹਾਂਜੀ ਕਿਸੇ ਦੇ ਵੀ ਦੋ ਇਮੇਜ ਤਾਂ ਨਹੀਂ ਬਣ ਸਕਦੇ ਔਰ ਇਹਦੇ 'ਚ ਕੋਈ ਐਲੀਮੈਂਟ ਖਾਲੀ ਰਹਿ ਸਕਦਾ ਨਹੀਂ ਜੀ हर एक स्टूडेंट का कोई ना कोई रोल नंबर हैगा और स्टूडेंट का एक कोई रोल नंबर हैगा सो पहली गल तो ये फंक्शन हैगा एफ इज ए फंक्शन है अच्छा ए फंक्शन दे विच होर भी है जे ए ते बी दो डिफरेंट स्टूडेंट है तो एफ ए ते एफ बी भी सेम नहीं हो सकते हां जी एफ ए एफ बी की है उनके रोल नंबर है जे स्टूडेंट डिफरेंट है तो उनके रोल नंबर्स भी डिफरेंट है ठीक है जे ऐ करो जे दो स्टूडेंट दे ਇਹਨੂੰ ਉਲਟਾ ਵੀ ਕਹਿ ਸਕਦੇ ਹਾਂ
ਜੇ ਦੋ ਸਟੂਡੈਂਟ ਦਾ ਰੋਲ ਨੰਬਰ ਸੇਮ ਹੈ ਤਾਂ ਐਕਚੁਅਲੀ ਦੋਨੋਂ ਸਟੂਡੈਂਟ ਤੇ ਸੇਮ ਹੋਣਗੇ, A ਤੇ B ਵੀ ਸੇਮ। ਠੀਕ ਹੈ। ਇਹਦੇ ਨਾਲ ਵੀ ਇਹ 1-1 ਪ੍ਰੂਵ ਹੋ ਗਿਆ, ਇਹਦੇ ਨਾਲ ਵੀ 1-1 ਪ੍ਰੂਵ ਹੋ ਗਿਆ, ਹਾਂਜੀ ਹੈ ਨਾ। ਜੇ ਤੂੰ ਸੋਚ ਕੇ ਦੇਖੇ ਤੇਰੇ ਸਕੂਲ ਦੇ ਤੇਰੀ ਕਲਾਸ ਦੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਆਪਾਂ ਮੈਪ ਕਰੀਏ ਉਹਨਾਂ ਦੇ ਰੋਲ ਨੰਬਰ ਨਾਲ, ਹਰ ਇੱਕ ਦਾ ਇੱਕੋ ਹੀ ਰੋਲ ਨੰਬਰ ਹੈ ਨਾ। ਹਾਂਜੀ। ਦੋ ਸਟੂਡੈਂਟ ਦਾ ਸੇਮ ਰੋਲ ਨੰਬਰ ਤਾਂ ਹੈ ਨਹੀਂ ਕਿਸੇ ਦਾ। ਨਹੀਂ ਜੀ। ਦੋ ਡਿਫਰੈਂਟ ਸਟੂਡੈਂਟ ਲੈ ਲਈ ਤਾਂ ਉਹਨਾਂ ਦੇ ਰੋਲ ਨੰਬਰ ਵੀ ਡਿਫਰੈਂਟ ਹੈ, ਇਮੇजेस ਵੀ ਡਿਫਰੈਂਟ। ਹਾਂਜੀ ਸੋ f is 1-1। ਠੀਕ ਜਿਹੜਾ ਇਹ ਫੰਕਸ਼ਨ ਸਾਡਾ ਇਹ 1 ਫੰਕਸ਼ਨ ਹੈ। ਅੱਛਾ, ਇੱਕ ਹੁੰਦਾ ਔਨ ਟੂ ਫੰਕਸ਼ਨ। ਔਨ ਟੂ ਫੰਕਸ਼ਨ ਜਿਹੜਾ ਹੁੰਦਾ ਹੈ ਉਹ ਕੀ ਕਰਦਾ ਹੈ, f from A to B is said to be on to if what happens, if f ਜਿਹੜਾ ਹੈ B ਦੇ ਹਰ ਇੱਕ ਐਲੀਮੈਂਟ ਦਾ ਨੂੰ ਖਾਲੀ ਨਾ ਛੱਡੇ ਕਿਸੇ ਨੂੰ ਵੀ। ਹਾਂਜੀ ਐਂ ਕਹ ਲਈਏ ਅਸੀਂ ਕਿ B ਦਾ ਕੋਈ ਵੀ ਐਲੀਮੈਂਟ ਲਈਏ ਉਹ A ਦੇ ਕਿਸੇ ਨਾ ਕਿਸੇ ਐਲੀਮੈਂਟ ਦਾ ਇਮੇਜ ਬਣਦਾ ਹੋਵੇ। ਹਾਂਜੀ if for each y belonging to B there exists x belonging to A such that fx is equal to y। ਕੀ ਕਹਿੰਦਾ ਹੈ ਕਿ B ਦਾ ਹਰ ਇੱਕ ਐਲੀਮੈਂਟ A ਦੇ ਕਿਸੇ ਨਾ ਕਿਸੇ ਐਲੀਮੈਂਟ ਦਾ ਇਮੇਜ ਹੋਵੇ। ਜਿਵੇਂ ਹੁਣ ਇਹ ਆਪਣਾ ਉੱਪਰ ਵਾਲੀ ਐਗਜ਼ਾਮਪਲ ਹੈ ਵਾਲੀ। ਹਾਂਜੀ ਇਸ ਐਗਜ਼ਾਮਪਲ ਚ ਹੁਣ ਜਿਵੇਂ 1 ਹੈ, ਰੋਲ ਨੰਬਰ 1 ਹੈ, ਕਿਸੇ ਨਾ ਕਿਸੇ ਸਟੂਡੈਂਟ ਦਾ ਹੋਊ, ਖਾਲੀ ਤਾਂ ਨਹੀਂ ਹੈਗਾ। ਨਹੀਂ ਜੀ। ਫਿਰ ਸਾਡੇ ਕੋਲ 2 ਹੈ, 2 ਹੈ, 2 ਕਿਸ ਦਾ ਇਮੇਜ ਬਣਦਾ, ਖਾਲੀ ਤਾਂ ਨਹੀਂ ਹੈਗਾ। ਹਾਂਜੀ 3 ਹੈ, ਇਹ ਕਿਸੇ ਨਾ ਕਿਸੇ ਸਟੂਡੈਂਟ ਦਾ ਰੋਲ ਨੰਬਰ ਹੈ, ਖਾਲੀ ਤਾਂ ਨਹੀਂ ਹੈਗਾ। ਹਾਂਜੀ ਸੋ ਇਹਦੇ ਵਿੱਚ ਕੋਈ ਵੀ ਐਲੀਮੈਂਟ ਖਾਲੀ ਹੈਗਾ ਇਹਨਾਂ ਦੇ ਵਿੱਚ। ਹਰ ਇੱਕ ਐਲੀਮੈਂਟ ਕਿਸੇ ਨਾ ਕਿਸੇ ਦਾ ਇਮੇਜ ਹੈ, ਰਾਈਟ। ਅੱਛਾ ਇੱਧਰ ਦੇਖਦੇ ਹਾਂ, ਇੱਧਰ ਦੇਖੋ ਆਹ ਜਿਹੜਾ ਸੀਗਾ ਆਹ ਫੰਕਸ਼ਨ ਇਹ ਔਨ ਟੂ ਹੈਗਾ, ਇਹ ਔਨ ਟੂ ਨਹੀਂ ਹੈਗਾ ਕਿਉਂਕਿ ਇਹ ਜਿਹੜਾ ਹੈ ਉਹ ਖਾਲੀ ਪਿਆ, ਇਹ ਕਿਸੇ ਦਾ ਵੀ ਇਮੇਜ ਨਹੀਂ ਹੈਗਾ। B ਤਾਂ x ਦਾ ਇਮੇਜ ਹੈ, C Z ਦਾ ਇਮੇਜ ਹੈ, ਪਰ ਇਹ ਕਿਸੇ ਦਾ ਵੀ ਇਮੇਜ ਨਹੀਂ ਹੈਗਾ। ਹਾਂਜੀ ਠੀਕ ਹੈ। ਸੋ ਜੇ ਖਾਲੀ ਹੈਗਾ ਤਾਂ ਫਿਰ ਫੰਕਸ਼ਨ ਔਨ ਟੂ ਨਹੀਂ ਹੈਗਾ। ਠੀਕ ਹੈ। ਇਹਦੇ ਵਿੱਚ ਆਹ ਫੰਕਸ਼ਨ ਸਾਡਾ ਵੈਸੇ ਆਹ ਫੰਕਸ਼ਨ ਹੈ ਨਹੀਂ ਸੀਗਾ ਸਾਡਾ ਇਹ। ਹਾਂਜੀ ਜੇ ਫੰਕਸ਼ਨ ਹੁੰਦਾ ਵੀ ਤਾਂ ਵੀ ਇਹ ਔਨ ਟੂ ਨਹੀਂ ਸੀਗਾ। ਠੀਕ ਹੈ। ਆਹ ਫੰਕਸ਼ਨ ਔਨ ਟੂ ਹੈਗਾ, ਇਹਦੇ ਵਿੱਚ A ਤਾਂ ਇਮੇਜ ਹੈਗਾ 2 ਦਾ, ਹਾਂਜੀ C ਇਮੇਜ ਹੈਗਾ 1 ਤੇ 3 ਦਾ, ਹਾਂਜੀ ਬਟ B ਤੇ D ਖਾਲੀ ਪਏ ਆ, B ਤੇ D ਕਿਸੇ ਦੇ ਹਾਂਜੀ ਤਾਂ ਫਿਰ ਇਹ ਔਨ ਟੂ ਨਹੀਂ ਹੈਗਾ। ਦਿਸ ਇਜ਼ ਨਾਟ ਔਨ ਟੂ। ਇਹਨੂੰ ਅਸੀਂ ਐਂ ਵੀ ਲਿਖ ਦਿੰਦੇ ਹਾਂ ਕਿ f ਜਿਹੜਾ ਫੰਕਸ਼ਨ ਸਾਡਾ f1 ਨੂੰ C ਤੇ ਲੈ ਕੇ ਜਾ ਰਿਹਾ, ਤਾਂ f ਇਨਵਰਸ ਕੀ ਹੈ, ਅਸੀਂ ਇਹਨੂੰ ਇਨਵਰਸ ਇਮੇਜ ਆਫ C ਵੀ ਲਿਖ ਦਿੰਦੇ ਹਾਂ। ਇਨਵਰਸ ਇਮੇਜ ਆਫ C ਜਿਹੜਾ ਹੈ ਉਹ 1 ਹੈਗਾ। ਹਾਂਜੀ f2 ਨੂੰ A ਤੇ ਲੈ ਕੇ ਜਾ ਰਿਹਾ, f2 ਦਾ ਇਮੇਜ A ਹੈ, ਤਾਂ A ਦਾ ਇਨਵਰਸ ਇਮੇਜ ਕਿੰਨਾ ਹੈ, 2 ਹੈ। ਅੱਛਾ 3 ਦਾ ਇਮੇਜ C ਹੈ, C ਦਾ ਇਨਵਰਸ ਇਮੇਜ ਕੀ ਹੈ, 1 ਹੈ। ਸਾਡੇ ਕੋਲ C ਦਾ ਇਨਵਰਸ ਇਮੇਜ ਆਪਾਂ ਪਹਿਲਾਂ ਲਿਖਿਆ ਹੋਇਆ ਹੈ, C ਦਾ ਇਨਵਰਸ ਇਮੇਜ ਅਸੀਂ 1 ਲਿਖਿਆ, ਬਟ C ਦਾ ਇਨਵਰਸ ਇਮੇਜ 3 ਵੀ ਹੈ। ਤਾਂ ਇਹ ਇਨਵਰਸ ਇਮੇਜ ਵੀ ਇਸ ਤਰ੍ਹਾਂ ਲਿਖਦੇ ਆ, ਉਹ ਵੀ ਦੱਸਦਾ ਤੁਹਾਨੂੰ ਵਿੱਚ ਇਨਵਰਸ ਇਮੇਜ ਮਿਲਦੀ। ਸੋ ਇਹ ਸਾਡਾ ਜਿਹੜਾ ਹੈਗਾ ਇਹ ਔਨ ਟੂ ਵੀ ਹੈ, ਇਹ 1-1 ਵੀ ਹੈਗਾ। ਤਾਂ ਕੋਈ ਫੰਕਸ਼ਨ 1-1 ਔਨ ਟੂ ਦੋਨੋਂ ਵੀ ਹੋ ਸਕਦਾ ਹੈ। ਤਾਂ ਔਨ ਟੂ ਫੰਕਸ਼ਨ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਜਿਹੜੀ ਰੇਂਜ ਹੈ। ਅੱਛਾ ਰੇਂਜ ਤੇ ਕੋਡ ਮੇਨ 'ਚ ਫਰਕ ਹੁੰਦਾ ਬੇਟਾ। ਆਹ ਤਾਂ ਤੁਹਾਡੀ ਕੋਡ ਮੇਨ ਹੈ, ਸਾਰੀ ਹੈ ਕੋਡ ਮੇਨ ਤਾਂ ਸਾਰੀ ਹੈ। ਇਹ 'ਚ ਰੇਂਜ ਜਿਹੜੀ ਹੁੰਦੀ ਹੈ ਉਹ ਰੇਂਜ ਹੁੰਦੀ ਹੈ ਜਿਹੜੇ ਇਮੇजेस ਹੁੰਦੇ ਆ। A ਇਮੇਜ ਹੈ, C ਵੀ ਇਮੇਜ ਹੈ, A2 ਦਾ ਇਮੇਜ ਹੈ, C1 ਤੇ 3 ਦਾ ਇਮੇਜ ਹੈ। ਜਿਹੜਾ ਇਮੇजेस ਦਾ ਸੈੱਟ ਹੁੰਦਾ ਹੈ ਉਹ ਸਾਡੀ ਰੇਂਜ ਹੁੰਦੀ ਹੈ। ਰੇਂਜ ਵਿੱਚ ਹੈਗੀ ਹੈ A ਤੇ C। ਕੋਡ ਮੇਨ ਆ ਸਾਰਾ ਹੈ,
ਸੋ ਜੇ ਕਿਸੇ ਫੰਕਸ਼ਨ ਦੇ ਵਿੱਚ ਰੇਂਜ ਤੇ ਕੋਡ ਮੀਨ ਸੇਮ ਆ ਜਾਣ, ਜੀ ਆ ਵੀ ਸਾਡੇ ਰੇਂਜ ਦਾ ਪਾਰਟ ਹੁੰਦੇ ਦੋਨੋਂ ਪੁਆਇੰਟਸ, ਫਿਰ ਰੇਂਜ ਤੇ ਕੋਡ ਮੀਨ ਸੇਮ ਹੋ ਜਾਣੇ ਸੀਗੇ, ਫਿਰ ਇਹ ਔਨ ਟੂ ਹੋਣਾ ਸੀ ਸਾਡਾ ਫੰਕਸ਼ਨ। ਠੀਕ ਸੋ ਔਨ ਟੂ ਵਾਸਤੇ ਹੋ ਕੀ ਹੁੰਦਾ, or if range b is equal to the range of f is equal to code main, ਹਾਂਜੀ code main ਕੀ ਹੈ b, ਤਾਂ ਵੀ f is on to। ਸੋ ਆ ਤੁਹਾਡੇ ਕੋਲੇ ਫੰਕਸ਼ਨ ਦਾ ਹਾਂਜੀ। one on to the